ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਯਾਰ ਹੱਥ ਪਿੱਛੇ ਕਰੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਜਿਨ੍ਹਾਂ ਕਾਉਂਸਲਰ ਸਾਹਿਬਾਨਾਂ ਨੇ, ਚਾਹੇ ਉਹ ਬਬਲੂ ਜੀ ਨੇ, ਚਾਹੇ ਗੋਲੂ ਜੀ ਨੇ, ਚਾਹੇ ਹੋਰ ਨੇ, ਇਹਨਾਂ ਨੇ ਹੁਕਮਰਾਨ ਕਾਂਗਰਸ ਦੇ ਖਿਲਾਫ ਬਹੁਤ ਵੱਡੀ ਲੜਾਈ ਲੜੀ ਸੀ। ਭਾਵੇਂ ਅੱਗੇ ਇੱਕ ਕਰਪਟ ਕੈਬਨਿਟ ਮਿਨਿਸਟਰ ਸੀ, ਫਿਰ ਵੀ ਲੋਕਾਂ ਦੇ ਸਹਿਯੋਗ ਸਦਕਾ ਜੋ ਇਹਨਾਂ ਨੇ ਚੰਗੇ ਕੰਮ ਕੀਤੇ ਸੀ, ਇਹਨਾਂ ਨੂੰ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਪਿਆਰ ਦੇ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਇਸ ਲਈ ਇਹ ਜੇ ਸੱਜਣਾ ਦਾ, ਲੋਕਾਂ ਦੇ ਨੁਮਾਇੰਦਿਆਂ ਦਾ ਸਤਿਕਾਰ ਕਰਨਾ ਸ਼੍ਰੋਮਣੀ ਅਕਾਲੀ ਦਲ ਦਾ ਫਰਜ਼ ਹੈ। ਇਸ ਲਈ ਅੱਜ ਮੈਂ ਇਹਨਾਂ ਕੋਲ ਆਇਆ। ਮੇਰੇ ਬੜੇ ਲੰਬੇ ਸਮੇਂ ਨਾਲ ਯੂਥ ਅਕਾਲੀ ਦਲ 'ਚ ਕੰਮ ਕਰ ਰਹੇ ਆ, ਉਸ ਕਰਕੇ ਅੱਜ ਇਹਨਾਂ ਕੋਲ ਮੈਂ ਸੂਬੇ ਦੇ ਉੱਪਰ ਜੀ 3 ਲੱਖ ਕਰੋੜ ਦਾ ਕਰਜ਼ਾ ਆ ਗਿਆ ਜੀ। ਇੱਕ ਪਾਸੇ ਕੈਪਟਨ ਕਹਿ ਰਹੇ ਨੇ 93% ਅਸੀਂ ਕੰਮ ਕਰਤਾ, ਨੌਕਰੀਆਂ ਦੇਤੀਆਂ, ਜਿਹੜੇ ਹੈਗੇ ਨੌਜਵਾਨ ਲਗਾਤਾਰ ਨਸ਼ੇ ਦੇ ਕਾਰਨ ਮਰ ਰਹੇ ਨੇ, ਕੀ ਕਹਿਣਾ ਚਾਹੁੰਦੇ? ਦੇਖੋ, ਕਾਂਗਰਸ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਇਸ ਗੱਲ ਤੋਂ ਸਾਬਤ ਹੋਈ ਹੈ। ਔਰ ਇਹ ਗੱਲ ਮੈਂ ਪਿਛਲੇ ਤੋਂ ਪਿਛਲੇ ਬਜਟ ਭਾਸ਼ਣ ਦੇ ਦੌਰਾਨ ਮੈਂ ਗੱਲ ਕੀਤੀ ਸੀ। ਮੈਂ ਕਿਹਾ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਕਿ 10 ਸਾਲਾਂ 'ਚ ਇਹਨਾਂ ਨੇ ਲੱਖ ਕਰੋੜ ਦਾ ਕਰਜ਼ਾ ਚੜਾਤਾ, ਮਗਰ ਜਿੰਨਾ ਡਿਵੈਲਪਮੈਂਟ ਦਾ ਕੰਮ, ਸੜਕਾਂ ਦਾ ਕੰਮ, ਹਵਾਈ ਅੱਡਿਆਂ ਦਾ ਕੰਮ, ਸੋਸ਼ਲ ਵੈਲਫੇਅਰ ਸਕੀਮਾਂ ਦਾ ਕੰਮ, ਬਿਜਲੀ ਬੱਤੀ 5 ਰੁਪਏ ਯੂਨਿਟ ਨੂੰ ਮਿਲਦੀ ਸੀ, ਨਵੇਂ ਕਨੈਕਸ਼ਨ, ਮਤਲਬ ਜਿੰਨਾ ਇਨਫਰਾਸਟ੍ਰਕਚਰ ਤੇ ਕੰਮ ਹੋਇਆ, ਚਾਹੇ ਉਹ ਵਿਰਾਸਤੇ ਮਾਰਗ ਬਣਿਆ ਹੋਵੇ, ਕੀ ਕੁਝ ਨਹੀਂ ਬਣਿਆ, 10 ਸਾਲਾਂ 'ਚ ਸਾਡੇ ਸਰਕਾਰ ਦੇ ਸਮੇਂ 1 ਲੱਖ ਕਰੋੜ ਚੜਿਆ ਸੀ। ਇਹਨਾਂ ਦਾ ਕੰਮ ਕੋਈ ਨਹੀਂ ਕੀਤਾ 5 ਸਾਲਾਂ 'ਚ, ਤੇ ਕਰਜ਼ਾ 1.5 ਲੱਖ ਕਰੋੜ ਵਧਾਤਾ। ਔਰ ਇਹ ਗੱਲ ਖਜ਼ਾਨਾ ਮੰਤਰੀ ਸਾਹਿਬ ਨੂੰ ਮੈਂ ਗੱਲ ਕਹੀ ਸੀ ਕਿ ਤੁਸੀਂ ਕੰਮ ਕੋਈ ਨਹੀਂ ਕੀਤਾ। ਵਾਅਦਾ ਆਪਦਾ ਜਿਹੜਾ, ਦੇਖੋ ਵਾਅਦਾ ਵੀ ਇੱਕ ਹੁੰਦਾ ਹੈ ਕਿ ਤੁਸੀਂ ਚੋਣ ਮੈਨੀਫੈਸਟੋ 'ਚ ਕਰ ਦਿਓ। ਇਹਨਾਂ ਨੇ ਤਰੀਕਾ ਵੀ ਨਵਾਂ ਅਪਣਾਇਆ ਪੀਕੇ ਦੇ ਕਹੇ 'ਤੇ। ਲੋਕਾਂ ਨੂੰ ਲੁਭਾਉਣ ਵਾਸਤੇ ਪਹਿਲਾਂ ਗੁਰੂ ਦਾ ਓਟ ਆਸਰਾ ਲਿਆ, ਗੁਟਕਾ ਸਾਹਿਬ ਦਾ, ਫਿਰ ਸਾਹਿਬੇ ਕਮਾਲ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਸਾਬੋ ਕੀ ਤਲਵੰਡੀ ਉਹ ਚੁਣੀ। ਔਰ ਉੱਥੇ ਜਿੱਥੇ ਵਾਅਦੇ ਕੀਤੇ, ਨਾਲ ਹੀ ਇੱਕ ਨਵਾਂ ਸ਼ੋਸ਼ਾ ਛੱਡਤਾ, ਜਿਹੜੇ ਫਾਰਮ ਭਰਾਏ, ਫਾਰਮ ਭਰਾ ਕੇ ਨੌਕਰੀਆਂ ਦੇ ਘਰ ਘਰ ਨੌਕਰੀ ਦੇ, ਕਰਜ਼ਾ ਮਾਫੀ ਦੇ, ਮੋਬਾਈਲ ਦੇ, ਪਤਾ ਨਹੀਂ ਕਿਹੜੇ ਕਿਹੜੇ ਵਾਅਦੇ ਕਰਤੇ। ਵਾਅਦਾ ਇੱਕ ਨਹੀਂ ਪੂਰਾ, ਕਰਜ਼ਾ 3 ਲੱਖ ਕਰੋੜ। ਇਹ ਮਾੜੀ ਕਾਰਗੁਜ਼ਾਰੀ ਹੈ। ਔਰ ਉਸ ਵੇਲੇ ਵੀ ਅਸੀਂ ਕਹਿੰਦੇ ਸੀ, ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੋਣਾ, ਟੋਟਲ ਨੌਕਰੀ ਪੰਜਾਬ ਸਰਕਾਰ 'ਚ ਕਿੰਨੀ ਆ? 3.25 ਲੱਖ ਜਾਂ 3.5 ਲੱਖ ਹੈ। ਤੇ ਜੇ ਘਰ ਘਰ ਨੌਕਰੀ ਦੇਣੀ ਆ, ਪੰਜਾਬ ਦੀ 3 ਕਰੋੜ ਆਬਾਦੀ ਹੈ, ਕੋਈ 55 ਤੋਂ 60 ਲੱਖ ਘਰ ਨੇ। ਜਦੋਂ 1947 ਤੋਂ 2017 ਤੱਕ 3.5 ਲੱਖ EMPLOYE ਹੋਏ ਆ ਸਰਕਾਰ ਦੇ, ਤੁਸੀਂ ਇਹ ਜਿਹਾ ਕਿਹੜਾ ਚਮਤਕਾਰ ਕਰ ਦੇਣਾ ਸੀਗਾ ਕਿ ਤੁਸੀਂ 60 ਲੱਖ ਨੂੰ ਨੌਕਰੀ ਦੇ ਦੇਣੀ ਸੀ? ਝੂਠੇ ਵਾਅਦੇ ਕੀਤੇ ਗਏ। ਔਰ ਉਹਦਾ ਰਿਜ਼ਲਟ ਅੱਜ ਤੁਹਾਡੇ ਸਾਹਮਣੇ ਆ ਰਿਹਾ ਕਿ ਲੋਕ ਕਾਂਗਰਸ ਦੇ ਮੰਤਰੀਆਂ ਦਾ, ਮੁੱਖ ਮੰਤਰੀ ਦਾ ਹਰ ਜਗ੍ਹਾ ਹੀ ਵਿਰੋਧ ਹੋ ਰਿਹਾ। ਚਾਹੇ ਉਹ ਮੁਲਾਜ਼ਮ ਕਰ ਰਹੇ ਆ, ਚਾਹੇ ਉਹ ਕਿਸਾਨ ਕਰ ਰਹੇ ਆ, ਚਾਹੇ ਉਹ ਨੌਜਵਾਨ ਕਰ ਰਹੇ ਆ, ਚਾਹੇ ਵਧੇ ਬਿਜਲੀ ਦੇ ਰੇਟ ਆ, ਭਾਵੇਂ ਸੋਸ਼ਲ ਵੈਲਫੇਅਰ ਸਕੀਮ ਹੈ, ਜਾਂ ਸਭ ਤੋਂ ਵੱਡਾ ਘਟਾਲਾ ਵੇਖੋ, ਨੌਜਵਾਨ ਪੀੜ੍ਹੀ ਇੱਕ ਸਰਮਾਇਆ ਕਿਸੇ ਕੌਮ ਦਾ। ਔਰ ਐਸਸੀ ਭਾਈਚਾਰਾ, ਦਲਿਤ ਭਾਈਚਾਰਾ, ਜਿਹਦੇ ਲਈ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਸੀ ਕਿ ਇਹ ਬੱਚੇ ਪੜ੍ਹ ਲਿਖ ਜਾਣ, ਦੇਸ਼ ਦੀ ਡਿਵੈਲਪਮੈਂਟ 'ਚ, ਪੰਜਾਬ ਦੀ ਡਿਵੈਲਪਮੈਂਟ 'ਚ ਵੱਡਾ ਯੋਗਦਾਨ ਪਾਉਣ। 8 ਲੱਖ ਬੱਚਿਆਂ ਦਾ ਭਵਿੱਖ ਮਾਰਿਆ। ਐਸਸੀ ਬੱਚਿਆਂ ਦੀ ਐਨਰੋਲਮੈਂਟ ਕਾਲਜਸ 'ਚ ਖਤਮ ਹੋ ਰਹੀ ਹੈ।
ਔਰ ਉਹਦਾ ਇੱਕੋ ਹੀ ਇੱਕ ਕਾਰਨ ਹੈ, ਜੋ ਵੱਡੇ ਪੱਧਰ ਤੇ ਕਰਪਸ਼ਨ ਧਰਮਸੋਤ ਨੇ ਕੀਤੀ ਹੈ ਔਰ ਜੋ ਮੰਗ ਅਸੀਂ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ। ਸਾਡੇ ਮੈਂਬਰ ਪਾਰਲੀਮੈਂਟਾਂ ਨੇ ਫਿਰ ਦਿੱਲੀ ਚਿੱਠੀ ਲਿਖੀ ਕਿ ਪੰਜਾਬ ਸਰਕਾਰ ਦੀ ਮਨਸ਼ਾ ਸਾਫ਼ ਨਹੀਂ, ਭਾਵੇਂ ਕਿਰਪਾ ਸ਼ੰਕਰ ਸਰੋਜ ਇੱਕ ਚੀਫ ਸੈਕਟਰੀ ਲੈਵਲ ਦੇ ਅਫਸਰ ਸੀ, ਸਰਕਾਰ ਨਹੀਂ ਲਾਇਆ ਸੀ, ਉਹਨਾਂ ਨੇ ਪਰਦਾ ਫਾਸ਼ ਕੀਤਾ ਕਿ ਮੈਂ ਇਹ ਪਾਪ ਹੁੰਦਾ ਵੇਖ ਨਹੀਂ ਸਕਦਾ ਕਿ ਜਿਹੜੇ ਗੋਸਟ ਕਾਲਜਸ ਨੂੰ ਪੈਸੇ ਚਲੇ ਗਏ, ਜਿਨ੍ਹਾਂ ਨੂੰ ਸੀਗਾ ਫਾਈਨੈਂਸ ਡਿਪਾਰਟਮੈਂਟ ਨੇ ਕਿਹਾ ਸੀ ਪੈਸੇ ਜਾਣੇ ਨਹੀਂ ਚਾਹੀਦੇ, ਉਹਨਾਂ ਨੂੰ 16 ਕਰੋੜ ਉੱਤੋਂ ਦੀ ਦੇਤਾ, ਜਿਨ੍ਹਾਂ ਤੋਂ ਰਿਕਵਰੀ ਕਰਾਉਣੀ ਸੀ ਉਹਨਾਂ ਨੂੰ ਪੈਸੇ ਦੇ ਦਿੱਤੇ। ਔਰ ਇਹ ਸਿਰਫ ਹੋਇਆ ਇੱਕ ਡਿਪਟੀ ਡਾਇਰੈਕਟਰ ਗਿੱਲ ਜਿਹਨੂੰ ਇਹ ਪਾਵਰਾਂ ਦਿੱਤੀਆਂ ਗਈਆਂ ਚੀਫ ਸੈਕਟਰੀ ਲੈਵਲ ਤੋਂ, ਸੈਕਟਰੀ ਲੈਵਲ ਤੋਂ ਖੋ ਕੇ, ਸਿਰਫ ਇਸ ਲਈ ਕਿ ਕਰਪਸ਼ਨ ਹੋਵੇ। ਹਜ਼ਾਰਾਂ ਕਰੋੜ ਰੁਪਈਆ, ਕੋਈ 2.5 ਕਰੋੜ ਅੱਜ ਵੀ 2017 ਤੋਂ ਲੈ ਕੇ ਹੁਣ ਤੱਕ ਦਾ ਐਸਸੀ ਸਕਾਲਰਸ਼ਿਪ ਦਾ ਗਿਆ ਨਹੀਂ ਹੈ। ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲ ਰਹੀ, ਡਿਗਰੀ ਨਹੀਂ ਮਿਲ ਰਹੀ, ਸਰਟੀਫਿਕੇਟ ਨਹੀਂ ਮਿਲ ਰਹੇ ਪਾਸਿੰਗ ਆਊਟ, ਔਰ ਇਸ ਗੱਲ ਤੇ ਪਰਦਾ ਪਾਇਆ ਜਾ ਰਿਹਾ ਸੀ। ਮਗਰ ਅੱਜ CBI ਦੀ ਇਨਕੁਆਇਰੀ ਸ਼ੁਰੂ ਹੋਈ ਆ। ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਸਾਰੇ ਜਿਨ੍ਹਾਂ ਨੇ ਏਡੇ ਵੱਡੇ ਪੱਧਰ ਤੇ ਕਰਪਸ਼ਨ ਕੀਤੀ ਹੈ, ਚਾਹੇ ਉਹ ਮਿਨਿਸਟਰ ਧਰਮਸੋਤ ਹੈ, ਉਹ ਅੰਦਰ ਹੋਊਗਾ, ਕਿਉਂਕਿ ਇਹ ਤੋਂ ਵੱਡਾ ਮੈਂ ਸਮਝਦਾ ਪਾਪ ਕੋਈ ਨਹੀਂ ਕਿ ਲੋੜਵੰਦ ਪਰਿਵਾਰਾਂ ਦੇ ਖਿਲਾਫ ਇਸ ਤਰੀਕੇ ਦਾ ਧੋਖਾ ਧੜੀ ਸ਼ਾਇਦ ਪਹਿਲਾਂ ਕਿਸੇ ਸੂਬੇ 'ਚ ਨਹੀਂ ਵੇਖਣ ਨੂੰ ਮਿਲੀ। ਆਮ ਆਦਮੀ ਪਾਰਟੀ ਨੇ 300 ਯੂਨਿਟ ਫ੍ਰੀ ਦੇਣ ਦਾ ਵਾਅਦੇ ਤੱਕ, ਕੀ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੇ ਜਿਸ ਤਰ੍ਹਾਂ ਇੰਨਾ ਕਰਜ਼ਾ 300 ਯੂਨਿਟ ਦੇਣਾ ਅਸੰਭਵ ਚੀਜ਼ ਹੈ? ਕੀ ਅਕਾਲੀ ਦਲ ਇਸ ਨੂੰ ਸਸਤੀ ਬਿਜਲੀ ਲੈ ਕੇ ਆਏਗਾ ਕੰਪਨੀਆਂ ਵਾਲਿਆਂ ਤੋਂ? ਦੇਖੋ ਇਹ ਜਿਹੜੀ ਪਾਰਟੀ ਹੈ ਨਾ, ਇਹ ਆਮ ਪਾਰਟੀ ਦਾ ਐਵੇਂ ਨਾਂ ਹੀ ਹੈ, ਖਾਸ ਪਾਰਟੀ ਹੈ ਇਹ। ਇਹਨਾਂ ਦਾ ਕਿਸੇ ਗੱਲ ਦਾ ਭਰੋਸਾ 4.5 ਸਾਲ ਬਾਅਦ ਤਾਂ ਪਹਿਲਾਂ ਤਾਂ ਕੇਜਰੀਵਾਲ ਸਾਹਿਬ ਨੇ ਦਰਸ਼ਨ ਹੀ ਦੇ ਦਿੱਤੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। 4.5 ਸਾਲ ਤਾਂ ਉਹ ਲੱਭੇ ਨਹੀਂ। ਔਰ ਦੂਜੀ ਗੱਲ, ਤੁਸੀਂ ਇੱਕ ਗੱਲ ਮੈਨੂੰ ਦੱਸੋ ਕਿ ਬੰਦਾ ਨਾਭੇ ਦਾ ਨੁਮਾਇੰਦਾ ਕੋਈ ਚੁਣਿਓ ਤੁਸੀਂ, ਉਹ ਕਹੇ ਨਾਭੇ ਤਾਂ ਨਹੀਂ ਮੈਂ ਕੰਮ ਕਰਾਉਣੇ, ਮੈਂ ਜਾ ਕੇ ਨਾ ਅਮਲੋਹ ਕੰਮ ਕਰਾਊਂਗਾ, ਤੇ ਨਾਭੇ ਵਾਲਿਆਂ ਨੇ ਤਾਂ ਫਿਰ ਪੁੱਛਣਾ ਕਿ ਭਾਊ ਬਣਾਉਂਦੇ ਅਸੀਂ ਤੈਨੂੰ MLA ਦਾ ਧਿਆਨ ਤੇਰਾ ਅਮਲੋਹ 'ਚ ਰਹਿੰਦਾ, ਅਸੀਂ ਤੇਰੇ ਤੋਂ ਕੀ ਕਰਾਉਣਾ। ਉਹੀ ਹਾਲ ਕੇਜਰੀਵਾਲ ਸਾਹਿਬ ਦਾ। ਜੇ ਕਿਸੇ ਦੀ ਮਨਸ਼ਾ ਸਾਫ਼ ਹੈ, ਜੇ ਇੰਟੈਂਸ਼ਨਸ ਚੰਗੀਆਂ ਨੇ, ਜੇ ਸੋਚ ਇਮਾਨਦਾਰੀ ਵਾਲੀ ਹੈ, ਤੇ ਹਾਲੇ ਤੱਕ ਦਿੱਲੀ 'ਚ ਕਿਉਂ ਨਹੀਂ ਮਾਫ ਕੀਤੇ ਜੀ 300 ਯੂਨਿਟ? ਔਰ ਦਿੱਲੀ 'ਚ ਸ਼ਾਇਦ ਸਭ ਤੋਂ ਵੱਡਾ ਧੋਖਾ ਕੀਤਾ। ਔਰ ਪੰਜਾਬ ਦੀ ਜਿਹੜੀ ਬਾਦਲ ਸਾਹਿਬ ਨੇ ਸਕੀਮ ਸ਼ੁਰੂ ਕੀਤੀ ਉਸ ਨੂੰ ਫੇਲ ਕਰਨ ਦਾ ਇੱਕ ਸਿਸਟਮ ਬਣਾ ਲਿਆ। ਦਿੱਲੀ 200 ਯੂਨਿਟ ਮਾਫ ਹੈ, 300 ਨਹੀਂ ਹੈ। ਇਸ ਤੋਂ ਹੀ ਪਤਾ ਲੱਗਦਾ ਕਿ ਜਿਹੜਾ ਬੰਦਾ ਆਪਣੇ ਲੋਕਾਂ ਨੂੰ, ਜਿਹੜੇ ਮੁੱਖ ਮੰਤਰੀ ਉਹਨਾਂ ਨੂੰ ਚੁਣਦੇ ਆ, ਉਹਨਾਂ ਪ੍ਰਤੀ ਤਾਂ ਬੇਈਮਾਨ ਹੈ, ਤੇ ਆਪਣੇ ਪ੍ਰਤੀ ਕਿੱਥੋਂ ਇਮਾਨਦਾਰ ਹੋ ਜਾਊਗਾ? ਇਹ ਇਕੱਲਾ ਇੱਕ ਵੋਟਾਂ ਦਾ ਬਰੀਡਿੰਗ ਗਰਾਊਂਡ ਉਹਨਾਂ ਨੇ ਬਣਾਇਆ ਕਿ ਹੁਣ ਜਿਵੇਂ ਬਰਸਾਤ 'ਚ ਡੱਡੂ ਨਿਕਲ ਆਉਂਦੇ ਨਾ, ਉਸ ਤਰ੍ਹਾਂ ਹੁਣ ਆਇਆ ਸੀਜ਼ਨ, ਝੂਠ ਸੱਚ ਬੋਲੋ ਤੇ ਪਾਰ ਜਾਓ। ਦਿੱਲੀ 201 ਯੂਨਿਟ ਹੋ ਜੇ ਤੇ 201 ਦਾ ਬਿੱਲ ਆਉਂਦਾ ਸਾਰੇ ਦਾ। ਔਰ ਸਭ ਤੋਂ ਮਹਿੰਗੀ ਬਿਜਲੀ ਅੱਜ ਦਿੱਲੀ 'ਚ ਹੈ, ਚਾਹੇ ਉਹ ਕਮਰਸ਼ੀਅਲ ਹੈ। ਦੇਖੋ ਸਭ ਤੋਂ ਵੱਧ ਉੱਥੇ ਦੁਕਾਨਾਂ ਨੇ, ਦੁਕਾਨਦਾਰ ਸਭ ਤੋਂ ਮਹਿੰਗੀ ਬਿਜਲੀ ਪੇ ਕਰ ਰਿਹਾ, ਚਾਹੇ ਉਹ ਇੰਡਸਟਰੀ ਹੈ। ਔਰ 1500 ਕੋਲ ਕਿਸਾਨ ਹੈ। ਇੱਕ ਸਬਸਿਡੀ ਤੁਸੀਂ ਕਿੰਨੀ ਦਿੰਦੇ ਹੋ ਸਾਲ 'ਚ, ਇਸ ਤੋਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਲੋਕਾਂ ਦੀ ਮਦਦ ਕਿੰਨੀ ਕਰ ਰਹੇ ਹੋ। ਸਾਲਾਨਾ ਸਬਸਿਡੀ ਜਿਹੜੀ ਦਿੱਲੀ ਸਰਕਾਰ ਆਪਣੇ ਲੋਕਾਂ ਨੂੰ ਦੇ ਰਹੀ ਹੈ ਉਹ 1000 ਕਰੋੜ ਹੈ। ਔਰ ਜੋ ਸਾਲਾਨਾ ਸਬਸਿਡੀ ਬਾਦਲ ਸਾਹਿਬ ਸ਼ੁਰੂ ਕਰ ਗਏ, ਚਾਹੇ ਉਹ ਮੋਟਰਾਂ ਦੇ ਬਿੱਲ ਮਾਫ ਸੀ, ਚਾਹੇ SC ਭਾਈਚਾਰੇ BC ਭਾਈਚਾਰੇ ਨੂੰ ਲੋੜਵੰਦ ਨੂੰ 200 ਯੂਨਿਟ ਮਾਫ ਕਰਨੇ, ਜਾਂ ਜੋ ਹੋਰ ਸੀ, ਉਹ 10,668 ਕਰੋੜ ਰੁਪਈਆ ਸਾਲਾਨਾ ਪੰਜਾਬ 'ਚ ਦਿੱਤੀ ਜਾ ਰਹੀ ਹੈ। ਇਸ ਲਈ ਜਿਹੜੇ ਕੇਜਰੀਵਾਲ ਸਾਹਿਬ ਨੇ ਉਹਨਾਂ ਦੀ ਕਿਸੇ ਗੱਲ ਦਾ ਭਰੋਸਾ। ਪੰਜਾਬ ਆਉਂਦੇ ਸੀ ਤੇ ਕਹਿੰਦੇ ਸੀ SYL ਨਹੀਂ ਬਣਨੀ ਚਾਹੀਦੀ, ਹਰਿਆਣੇ ਜਾ ਕੇ ਕਹਿੰਦੇ ਸੀ ਨਹੀਂ ਬਣਨੀ ਚਾਹੀਦੀ, ਹਰਿਆਣੇ ਨੂੰ ਪਾਣੀ ਦਾ ਲੋੜ ਹੈ। ਦਿੱਲੀ ਜਾ ਕੇ ਸੁਪਰੀਮ ਕੋਰਟ 'ਚ ਐਫੀਡੇਵਿਟ ਦੇ ਦਿੱਤਾ ਕਿ ਦਿੱਲੀ ਨੂੰ ਪਾਣੀ ਦੀ ਬੜੀ ਲੋੜ ਹੈ, ਇਸ ਲਈ SYL ਵਧਣਾ ਚਾਹੀਦਾ। ਜਿਹਦਾ ਸਟੈਂਡ ਹਰ ਗੱਲ ਤੇ ਬਦਲੇ। ਦਿੱਲੀ 'ਚ ਜਾ ਕੇ ਪ੍ਰਦੂਸ਼ਣ ਦਾ ਕਾਰਨ, ਪੰਜਾਬ 'ਚ ਤਾਂ ਪ੍ਰਦੂਸ਼ਣ ਹੈ ਨਹੀਂ ਇੰਨੀ ਜਿੰਨੀ ਦਿੱਲੀ 'ਚ, ਔਰ ਦਿੱਲੀ ਦਾ ਪ੍ਰਦੂਸ਼ਣ ਦਾ ਕਾਰਨ ਹਰਿਆਣੇ ਦਾ ਇੱਕ ਪੰਜਾਬ ਦਾ ਕਿਸਾਨ 10 ਕਰੋੜ ਰੁਪਈਆ ਉਹਨੂੰ ਕਿੱਲੇ ਦਾ ਫਾਈਨ ਲਵਾਤਾ। ਫਿਰ ਨਾਲ ਹੀ ਜਿਹੜੇ ਥਰਮਲ ਪਲਾਂਟ ਚੱਲਦੇ ਉਹਦੇ ਖਿਲਾਫ ਐਫੀਡੇਵਿਟ ਦੇਤਾ। ਜੇ ਅੱਜ ਥਰਮਲ ਪਲਾਂਟ ਬੰਦ ਹੋ ਜਾਣਗੇ, ਹਾਲੇ ਤਾਂ ਪਾਵਰ ਕੱਟ ਦਾ ਆਪਾਂ 8-8 10-10 ਘੰਟੇ ਦਾ ਸਾਹਮਣਾ ਕਰ ਰਹੇ, ਮੈਨੂੰ ਲੱਗਦਾ 24 ਘੰਟਿਆਂ 'ਚੋਂ 4 ਘੰਟੇ ਬੱਤੀ ਆਇਆ ਕਰੂਗੀ, ਬਾਕੀ ਆਇਆ ਨਹੀਂ ਕਰੂਗੀ। ਇਹ ਜਿਹੜਾ ਐਂਟੀ ਪੰਜਾਬ ਸਟਾਂਸ ਹੈ, ਪੰਜਾਬ ਦੇ ਵਿਰੁੱਧ ਜਿਹੜਾ ਫੈਸਲੇ ਕਰ ਰਹੇ ਆ, ਪੰਜਾਬੀ ਆਪ ਦਾ ਫੈਸਲਾ ਆਪ ਕਰ ਸਕਦੇ ਆ।
ਦਿੱਲੀ ਦੇ ਰਿਮੋਟ ਕੰਟਰੋਲ ਦੀ ਲੋੜ ਨਹੀਂ। ਪੰਜਾਬੀ ਕੇਪੇਬਲ ਏਬਲ ਲੋਕ ਨੇ, ਕੁਰਬਾਨੀ ਵਾਲੇ ਲੋਕ ਨੇ, ਆਪ ਦਾ ਫੈਸਲਾ ਆਪ ਕਰਨਗੇ। ਦਿੱਲੀ ਦਰਬਾਰ ਦੇ ਰਿਮੋਟ ਕੰਟਰੋਲ ਨਾਲ ਪੰਜਾਬੀ ਨਹੀਂ ਚੱਲੂਗਾ। ਪੰਜਾਬ ਦੇ ਲੋਕ ਫ੍ਰੀ ਨਹੀਂ ਭਾਲਦੇ ਜੀ, ਪੰਜਾਬ ਦੇ ਲੋਕ ਸਸਤੀ ਭਾਲਦੇ ਆ। ਬਹੁਤ ਮਹਿੰਗੀ ਬਿਜਲੀ ਪੰਜਾਬ 'ਚ ਫਿਲਹਾਲ ਹੋ ਗਈ। ਕੀ ਅਕਾਲੀ ਦਲ ਚੋਣ ਮੈਨੀਫੈਸਟੋ ਦੇ ਵਿੱਚ ਇਸ ਨੂੰ ਸ਼ਾਮਲ ਕਰੇਗਾ? ਦੇਖੋ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਅੱਜ ਪਰ ਯੂਨਿਟ ਬੱਤੀ ਦਾ ਰੇਟ ਹੈ 7.25 ਤੋਂ ਲੈ ਕੇ 9.5 ਰੁਪਏ ਖਪਤ ਦੇ ਹਿਸਾਬ ਨਾਲ। ਜਦੋਂ ਬਾਦਲ ਸਾਹਿਬ ਦਾ ਸਰਕਾਰ ਸੀ, ਉਦੋਂ 5.25 ਰੁਪਏ ਯੂਨਿਟ ਹੁੰਦਾ ਸੀ। 200 ਯੂਨਿਟ ਐਸਸੀ ਬੀਸੀ ਗਰੀਬਾਂ ਦੇ ਮਾਫ ਸੀ, ਕਿਸਾਨੀ ਨੂੰ ਮਾਫ ਸੀ, ਇੰਡਸਟਰੀ ਨੂੰ ਅਫੋਰਡੇਬਲ ਪਾਵਰ ਮਿਲ ਰਹੀ ਸੀ। ਮਾੜੀ ਕਾਰਗੁਜ਼ਾਰੀ ਕਰਕੇ ਜੰਗਲ ਚੋਂ ਬਾਹਰ ਨਿਕਲਣਾ ਨਹੀਂ, ਲੋਕਾਂ ਵੱਲ ਧਿਆਨ ਦੇਣਾ ਨਹੀਂ, ਔਰ ਬੈਡ ਮੈਨੇਜਮੈਂਟ, ਬੈਡ ਕਾਰਗੁਜ਼ਾਰੀ ਕਰਕੇ ਅੱਜ ਇਹ ਹਾਲਾਤ ਬਣੇ ਆ ਕਿ ਜਿਹੜਾ ਪਾਵਰ ਸਰਪਲਸ ਸੂਬਾ ਸੀ, ਅੱਜ ਪਾਵਰ ਦੀ ਘਾਟ ਹੋ ਗਈ ਆ ਤੇ ਰੇਟ ਵੱਧ ਗਏ ਆ। ਇਹ ਸਾਰੇ ਮਾਮਲੇ ਨੂੰ ਦਰੁਸਤ ਕਰਦਿਆਂ ਹੋਇਆਂ ਸੁਖਬੀਰ ਜੀ ਨੇ ਪਹਿਲਾਂ ਕਿਹਾ ਕਿ ਮੈਂ ਬਿਜਲੀ ਦੇ ਰੇਟ ਘਟਾਊਂਗਾ, ਔਰ ਬੜੀ ਛੇਤੀ ਇਹਦੇ ਤੇ ਸਾਰਾ ਬਲੂਪ੍ਰਿੰਟ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਾਰੀ ਕਰਨ ਲੱਗੇ। ਕਾਂਗਰਸ ਦਾ ਬਹੁਤ ਥੋੜਾ ਸਮਾਂ ਰਹਿ ਗਿਆ। ਨਵਜੋਤ ਸਿੰਘ ਸਿੱਧੂ ਜਿਸ ਮੁੱਦਿਆਂ ਦੀ ਗੱਲ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਕੰਪਲੀਟ ਕਰ ਸਕਣਗੇ? ਦੇਖੋ, ਪਹਿਲੀ ਗੱਲ ਤਾਂ ਜਿਸ ਦਿਨ ਪ੍ਰਧਾਨਗੀ ਦੀ ਚੋਣ ਹੋਈ ਆ, ਮੈਂ ਤਾਂ ਅੱਜ ਤੱਕ ਇਹੋ ਜਿਹੀ ਚੋਣ ਵੇਖੀ ਨਹੀਂ, ਕੋਈ ਨਹੀਂ। ਸ਼ਾਇਦ ਤੁਸੀਂ ਵੀ ਆਪ ਦੀ ਜ਼ਿੰਦਗੀ 'ਚ ਨਹੀਂ ਵੇਖਿਆ ਹੋਣਾ ਕਿ ਥੋਕਣ ਵਾਲੇ ਸਿੱਟਣ ਵਾਲਾ ਪ੍ਰਧਾਨ, ਥੁੱਕ ਚੱਟ ਪ੍ਰਧਾਨ ਹੀ ਕਈਆਂ ਨੇ ਉਹਦਾ ਨਾਂ ਰੱਖਤਾ। ਕਦੇ ਪ੍ਰਧਾਨ ਦੀ ਹਰਕਤਾਂ ਹੈ ਇਹ? ਦੇਖੋ, ਪ੍ਰਧਾਨ ਬੜੀ ਸਹਿਬੇ ਨਸੀਬ ਪੋਸਟ ਹੈ, ਬੜੀ ਜ਼ਿੰਮੇਵਾਰੀ ਵਾਲੀ ਪੋਸਟ ਹੈ। ਔਰ ਹੈਰਾਨਗੀ ਦੀ ਗੱਲ ਹੈ ਕਿ ਕਪਤਾਨ ਸਾਹਿਬ ਤਾਂ ਕਹਿ ਰਿਹਾ ਕਿ ਮੈਂ 95% ਵਾਅਦੇ ਪੂਰੇ ਕਰਤੇ, ਰਹੀ 5% ਕਿ ਉਹ ਕਹਿੰਦੇ GST ਨਹੀਂ ਆਈ ਤਾਂ ਨਹੀਂ ਹੋਏ। ਇਹ ਕਹਿ ਰਿਹਾ ਹਲੇ ਵਾਅਦੇ ਪੂਰੇ ਕਰਨੇ ਆ। ਇਹ ਘਰ ਬਣ ਕੇ ਮਨ ਤਾਂ ਬਣਾ ਲੈਣ, ਹੋਣਾ ਕੀ ਆ। ਨਾਲੇ ਜਿਹੜਾ ਆਪ ਕਹਿੰਦਾ ਸੀ ਕਿ ਕਾਂਗਰਸ ਮੁੰਨੀ ਨਾਲੋਂ ਵੱਧ ਬਦਨਾਮ ਹੈ, ਹੁਣ ਇਹਦੇ ਚਰਨ ਪੈ ਗਏ ਤੇ ਕਿ ਉਹ ਚੰਗੀ ਹੋ ਗਈ ਹੈ। ਇਸ ਲਈ ਉਹ ਅਲੀ ਬਾਬਾ 40 ਚੋਰ, ਹੁਣ ਫਰਕ ਇੰਨਾ ਕਿ ਪਹਿਲਾਂ ਕਪਤਾਨ ਸਾਹਿਬ ਦੇ ਨਾਲ ਸੀ, ਹੁਣ ਇੱਧਰ ਹੋ ਗਏ। ਦੇਖੋ, ਜਿਹੜੀ ਗੱਲਾਂ ਅਸੀਂ ਕਰਦੇ ਸੀ, ਅੱਜ ਕੀ ਧਰਮਸੋਤ ਨੇ ਕਲੀਨ ਚਿੱਟ ਹੋ ਗਈ? ਫਿਰ ਅੱਜ ਉਹੀ ਸ਼ਰਾਬ ਮਾਫੀਆ ਜਿਹਦੇ ਖਿਲਾਫ 100 ਤੋਂ ਵੱਧ ਬੰਦੇ ਮਾਰਨ ਦਾ ਇਲਜ਼ਾਮ ਹੈ, ਮਦਨ ਲਾਲ ਜਲਾਲਪੁਰਾ, ਅੱਜ ਤੱਕ ਕਾਂਗਰਸੀ ਬੋਲ ਪਏ ਨਾ ਉਹਦੇ ਖਿਲਾਫ। ਅੱਜ ਉਹ ਜਾ ਕੇ ਉਹਦੇ ਘਰ ਜਾਵੇ ਤੇ ਕੀ ਸ਼ਰਾਬ ਮਾਫੀਆ ਨੂੰ ਸਰਪ੍ਰਸਤੀ ਦੇ ਰਹੇ? ਔਰ ਉਹੀ ਮਾਈਨਿੰਗ ਮਾਫੀਆ, ਅੱਜ ਸਾਰਾ ਇਹਨਾਂ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਦਫ਼ਤਰ, ਪਹਿਲਾਂ ਤਾਂ AICC ਦੇ ਦਫ਼ਤਰ ਦਾ ਖਰਚਾ ਉਹਨਾਂ ਨੇ ਸਾਂਭਿਆ ਸੀ, ਹੁਣ ਇਸ ਨਵੇਂ ਪ੍ਰਧਾਨ ਦਾ ਖਰਚਾ ਵੀ ਠੋਕੋ ਤਾਲੀ ਠੁੱਕ ਚੱਟ ਪ੍ਰਧਾਨ ਨਵਜੋਤ ਦਾ ਖਰਚਾ ਸ਼ਰਾਬ ਮਾਫੀਆ ਤੇ ਮਾਈਨਿੰਗ ਮਾਫੀਆ ਨੇ ਚੱਲ ਰਿਹਾ। ਮਗਰ ਕਿਉਂਕਿ ਹੁਣ ਇਹਨੂੰ ਪੁੱਛੋ, ਰਾਹੁਲ ਗਾਂਧੀ ਪੱਪੂ ਆ ਕਿ ਪਾਪਾ? ਡਾਕਟਰ ਮਨਮੋਹਨ ਸਿੰਘ ਜੀ ਦੀ ਮੈਂ ਪਰਸਨਲੀ ਕਦਰ ਕਰਦਾ ਔਰ ਸਤਿਕਾਰਯੋਗ ਨੇ। ਕਿਸੇ ਸਰਦਾਰ ਨੂੰ ਇਹ ਕਹਿ ਦੇਣਾ ਕਿ ਇਹ ਸਰਦਾਰ ਨਹੀਂ, ਇਹ ਤਾਂ ਮੌਣੀ ਬਾਬਾ। ਹੁਣ ਮੈਂ ਉਹਨੂੰ ਪੁੱਛਣਾ ਚਾਹੁੰਦਾ, ਉਹਨੇ ਸਰਦਾਰ ਹੈ ਤੇ ਅਸਰਦਾਰ ਹੈ ਕਿ ਨਹੀਂ ਹੈ? ਹੁਣ ਇਸ ਲਈ ਜਿਹੜੇ ਲੋਕਾਂ ਦਾ ਕੋਈ ਕਿਰਦਾਰ ਹੀ ਮਤਲਬ ਉਹੋ ਜਿਹਾ ਹੋਵੇ ਧੁੰਦਲਾ, ਉਹੀ ਕੈਪਟਨ ਅਮਰਿੰਦਰ 17 'ਚ ਉਹਦੇ ਗੋਡੀ ਹੱਥ ਲਾਉਂਦਾ ਸੀ। ਇੱਕ ਇੰਟਰਵਿਊ ਹੈ, ਵੇਖਿਓ, ਅੰਗਰੇਜ਼ੀ ਚੈਨਲ ਦੀ, ਕਿਸੇ ਚੈਨਲ ਵਾਲੇ ਨੇ ਤੁਹਾਡੇ ਨੇ ਪੁੱਛ ਲਿਆ ਸੀ 10 ਸੈਕਟਰ ਕੋਠੀ ਸੌਂ ਚੁੱਕ ਤੋਂ ਪਹਿਲਾਂ ਕਿ ਕੈਪਟਨ ਸਾਹਿਬ ਇਹ ਨਵਜੋਤ ਤੁਹਾਡੀ ਸਿਫਤ ਬੜੀ ਕਰਦਾ, ਤੇ ਕੈਪਟਨ ਸਾਹਿਬ ਨੇ ਕਿਹਾ ਜੀ ਸਿਫਤ ਸੁਣਨ ਦਾ ਕਿਹਨੂੰ ਸ਼ੌਂਕ ਨਹੀਂ, ਤੇ ਕਹਿੰਦਾ ਇਹਦੇ ਮੂੰਹੋਂ ਸੁਣ ਲੈਂਦਾ। ਇਹ ਅੱਗੇ ਕਹਿੰਦਾ ਫਾਦਰ ਇਜ਼ ਅ ਫਾਦਰ, ਸਨ ਇਜ਼ ਅ ਸਨ। ਕੈਪਟਨ ਸਾਹਿਬ ਨੂੰ ਕਹਿੰਦਾ ਫਾਦਰ, ਹੁਣ ਕਹਿੰਦਾ ਉਦੋਂ ਤਾਂ ਗੋਡੀ ਹੱਥ ਨਹੀਂ ਲਾਏ, ਪਹਿਲਾਂ ਬੀਬੀ ਪੱਠਲ ਦੇ ਨਹੀਂ ਲਾਉਂਦਾ ਸੀ, ਹੁਣ ਬੀਬੀ ਦੇ ਲਾਤੇ ਤੇ ਕੈਪਟਨ ਦੇ ਨਹੀਂ ਲਾਏ। ਇਹ ਜੇ ਬੰਦਿਆਂ ਦਾ ਕੀ ਸਟੈਂਡ ਹੈ ਜੀ ਅਕਾਲੀ ਦਲ? ਔਰ ਇਹਨਾਂ ਨੂੰ ਇਹ ਪੁੱਛੋ ਕਿ ਜਿਹੜੇ ਤੁਸੀਂ ਮਾਫੀਆ ਦੀ ਗੱਲ ਕਰਦੇ ਸੀ, ਹੁਣ ਉਹ ਸਾਰੇ ਕਿਉਂਕਿ ਤੇਰੇ ਨਾਲ ਜੁੜ ਗਏ ਤੇ ਉਹਨਾਂ ਤੇ ਮਿਹਰ ਭਰੇ ਹੱਥ ਪੈ ਗਿਆ। ਇਸ ਲਈ ਭਰਾਵੋ, ਇਹਨਾਂ ਨੇ ਕੱਖ ਨਹੀਂ ਕਰਨਾ। ਇਹ ਫੇਲਡ ਲੀਡਰਸ਼ਿਪ ਹੈ, ਰਿਜੈਕਟਡ ਪਾਰਟੀ ਹੈ, ਪੁੱਠੀ ਗਿਣਤੀ ਕਾਂਗਰਸ ਦੀ ਸ਼ੁਰੂ। ਯੂਥ ਨੂੰ ਮੌਕਾ ਦੋਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ? ਹਾਂਜੀ, ਕਿਸ ਮੁੱਦੇ ਤੇ? ਅਕਾਲੀ ਦਲ ਦੀ ਸਟ੍ਰੈਟਜੀ ਕੀ ਰਹੂਗੀ? ਹੁਣ ਭਰਾਵਾ ਏਡੇ ਕਮਰੇ 'ਚ ਤਾਂ ਕਿਹੜੀ ਸਟ੍ਰੈਟਜੀ ਦੱਸ ਦਿਆਂਗੇ? ਨਹੀਂ, ਜਿਹੜੀ ਕਿਸ ਮੁੱਦੇ ਤੇ ਲੈ ਨਾਲੇ ਕੇ ਤੁਹਾਨੂੰ ਥੋੜੀ ਦੱਸਾਂਗੇ ਜੀ, ਹਲੇ ਮੌਕੇ ਤੇ ਦੱਸਾਂਗੇ। ਲੋਕਾਂ ਦੇ ਭਲੇ ਦੀ ਸਟ੍ਰੈਟਜੀ ਆ। ਲੋਕਾਂ ਨਾਲ ਜੋ ਬਾਦਲ ਸਾਹਿਬ ਦਾ ਇੱਕ ਟਰੈਕ ਰਿਕਾਰਡ ਰਿਹਾ ਹੈ,
ਕਿ ਜੋ ਕਿਹਾ ਉਹ ਕੀਤਾ। ਵੇਖੋ ਓਨਲੀ ਸਟੇਟ ਇਨ ਦਾ ਕੰਟਰੀ, ਪੰਜਾਬ 'ਚ ਦਿੱਲੀ 'ਚ 15,000 ਕਿਸਾਨ ਹੈ, ਬੰਬੀਆਂ ਦੇ ਬਿੱਲ ਮਾਫ ਨਹੀਂ ਮੋਟਰਾਂ ਦੇ, ਔਰ 1 ਰੁਪਏ 50 ਪੈਸੇ ਪਰ ਕਿਲੋਵਾਟ ਉੱਥੇ ਰੇਟ ਲਿਆ ਜਾਂਦਾ ਹੈ। ਫਿਕਸ ਚਾਰਜ 1.25 ਰੁਪਏ ਲੈ ਜਾਂਦੇ, ਹਜ਼ਾਰਾਂ ਰੁਪਈਆ ਇੱਕ ਮੋਟਰ ਪਿੱਛੇ, ਕਨੈਕਸ਼ਨ ਪਿੱਛੇ ਦਿੱਲੀ 'ਚ ਦੇਣਾ ਪੈ ਰਿਹਾ। ਪੰਜਾਬ 'ਚ ਬਾਦਲ ਸਾਹਿਬ ਨੇ ਐਗਰੀਕਲਚਰ ਐਗਰੇਰੀਅਨ ਇਕਨੋਮੀ ਹੋਣ ਦੇ ਨਾਤੇ, ਕਿਉਂਕਿ ਡੀਜ਼ਲ ਪੈਟਰੋਲ ਦੇ ਰੇਟ ਸੂਬੇ ਦੀ ਸਰਕਾਰ ਮੁਕਰਰ ਨਹੀਂ ਕਰਦੀ, ਅਸੀਂ ਵਾਅਦਾ ਕੀਤਾ ਉਹਨੂੰ ਪੂਰਾ ਕੀਤਾ, ਆਟਾ ਦਾਲ ਪੂਰਾ ਕੀਤਾ, ਜੋ ਜੋ ਵਾਅਦਾ ਕੀਤਾ ਉਹਨੂੰ ਪੂਰਾ ਕੀਤਾ। ਅੱਜ ਵੀ ਮੈਂ ਤੁਹਾਨੂੰ ਇਸੇ ਕਮਿਟਮੈਂਟ ਨਾਲ ਕਹਿ ਰਿਹਾ ਕਿ ਕਾਂਗਰਸੀ ਤਾਂ ਖੇਡਦੇ ਖੇਡਾਂ, ਦਿੱਲੀ ਜਾ ਕੇ ਕਹਿੰਦੇ ਡੀਜ਼ਲ ਪੈਟਰੋਲ ਦੇ ਰੇਟ ਘਟਾਓ, ਤੇ ਸਭ ਤੋਂ ਵੱਧ ਕਮਾਈ ਟੈਕਸਾਂ ਦੇ ਰੂਪ 'ਚ ਪੈਟਰੋਲ ਦੇ ਤੇ ਡੀਜ਼ਲ ਦੇ ਵਧੇ ਰੇਟਾਂ ਤੇ 10,000 ਕਰੋੜ ਪੰਜਾਬ ਸਰਕਾਰ ਨੇ ਕੀਤੀ ਹੈ। ਇਹ ਕਿਉਂ ਨਹੀਂ ਘਟਾਉਂਦੇ? ਇਸ ਲਈ ਜਿਹੜੀ ਦੋਗਲੀ ਰਾਜਨੀਤੀ ਹੈ ਨਾ, ਡਬਲ ਸਪੀਕ, ਉਸ ਨੂੰ ਅਸੀਂ ਰਿਜੈਕਟ ਕਰਾਂਗੇ, ਪਰਦਾਫਾਸ਼ ਕਰਾਂਗੇ। ਕੱਲ ਅਕਾਲੀ ਦਲ ਦਾ ਵਫਦ ਰਾਸ਼ਟਰਪਤੀ ਨੂੰ ਮਿਲਿਆ ਕਿਸਾਨੀ ਮੁੱਦੇ ਨੂੰ ਬਿੱਲਾਂ ਨੂੰ ਲੈ ਕੇ, ਕੀ ਸਟ੍ਰੈਟਜੀ ਹੈ ਅੱਗੇ? ਦੇਖੋ, ਮੈਨੂੰ ਇੱਕ ਗੱਲ ਦੀ ਤਾਂ ਸੰਤੁਸ਼ਟੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਡਿਸਾਈਸਿਵ ਫੈਸਲਾ ਕੀਤਾ। ਸਾਡਾ 30 ਸਾਲ ਦਾ ਪੁਰਾਣਾ ਰਿਸ਼ਤਾ ਸੀ ਵਾਜਪਾਈ ਸਾਹਿਬ ਤੇ, ਕਿਉਂਕਿ ਅਸੀਂ ਕਾਂਗਰਸ ਵਿਰੋਧੀ ਰਹੇ ਹਮੇਸ਼ਾ, ਔਰ ਸੈਂਟਰ 'ਚ ਇੱਕ ਆਲਟਰਨੇਟ ਦੀ ਲੋੜ ਸੀ। ਜਦੋਂ 2 MP ਬਣਦੇ ਸੀ ਭਾਜਪਾ ਦੇ, ਉਦੋਂ ਦਾ ਅਹਿਸਾਸ ਹੋਇਆ ਸੀ। ਮਗਰ ਜਦ ਭਾਜਪਾ ਨੇ ਐਂਟੀ ਕਿਸਾਨ ਫੈਸਲਾ ਲਿਆ, ਅਸੀਂ ਕਾਂਗਰਸ ਵਾਂਗੂ ਅਮਰੀਕਾ ਦੇ ਜਹਾਜ਼ ਨਹੀਂ ਚੜ੍ਹ ਗਏ। ਇਹ ਜਿਹੜਾ ਹੁਣ ਟਰੈਕਟਰ ਚਲਾਉਂਦਾ ਸੀ ਨਾ ਪੱਪੂ, ਇਹ ਜਿਸ ਦਿਨ ਬਿੱਲ ਪਾਸ ਹੋਣੇ ਸੀ, ਇਹ ਤੇ ਇਹਦੀ ਮਾਤਾ ਜਿਹਨੂੰ ਸਿੱਧੂ ਪਿਆਰ ਨਾਲ ਮੈਂ ਤਾਂ ਉਹਨਾਂ ਨੂੰ ਸਤਿਕਾਰਯੋਗ ਸੋਨੀਆ ਗਾਂਧੀ ਜੀ ਕਹਿੰਦਾ, ਇਹ ਮੁੰਨੀ ਕਹਿੰਦਾ, ਇਹ ਤੇ ਇਹਦਾ ਪੱਪੂ, ਇਹ ਜਹਾਜ਼ ਚੜ੍ਹੇ ਸੀ ਅਮਰੀਕਾ ਨੂੰ, ਉਸ ਦਿਨ ਟਰੈਕਟਰ ਚਲਾਉਂਦੇ ਆ। ਇਹ ਡਬਲ ਸਪੀਕ ਹੈ, ਇਹ ਦੋਗਲੀ ਗੱਲ ਹੈ। ਮਗਰ ਸ਼੍ਰੋਮਣੀ ਅਕਾਲੀ ਦਲ ਨੇ ਉਸ ਦਿਨ ਵੀ ਵਿਰੋਧ ਕੀਤਾ ਵਿਪ ਜਾਰੀ ਕਰਕੇ, ਔਰ ਅੱਜ ਵੀ ਚਾਹੇ ਉਹ ਸਪੀਕਰ ਸਾਹਿਬ ਨੇ ਤੇ ਚਾਹੇ ਉਹ ਰਾਸ਼ਟਰਪਤੀ ਸਾਹਿਬ ਹੈ, ਉਹਨਾਂ ਕੋਲ ਇਹ ਮੰਗ ਕੀਤੀ ਹੈ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੀ ਸਾਰੀ ਪਾਰਟੀਆਂ ਦੀ JPC ਬਣੇ, ਔਰ ਇਸ ਗੱਲ ਦੀ ਘੋਖ ਹੋਵੇ ਜਿਹੜੇ ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਹੈ, ਔਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ, ਉਹਨਾਂ ਦੀ ਮਦਦ ਹੋਵੇ, ਔਰ ਨਾਲ ਹੀ ਇਹ ਕਾਲੇ ਕਾਨੂੰਨ ਰੱਦ ਹੋਣ। ਇੱਕ ਡਿਸਾਈਸਿਵ ਫੈਸਲਾ ਕੀਤਾ, ਜਦ ਕਿ ਕਾਂਗਰਸ ਜੇ ਵਿਪ ਜਾਰੀ ਕਰਦੀ ਤੇ ਇਹ ਬਿੱਲ ਕਦੇ ਰਾਜ ਸਭਾ 'ਚ ਪਾਸ ਹੀ ਨਹੀਂ ਹੋ ਸਕਦੇ ਸੀ। ਮਗਰ ਕਿਉਂਕਿ ਮਿਲੀ ਭੁਗਤ ਸੀ, ਚੋਣ ਮੈਨੀਫੈਸਟੋ ਦਾ ਇਹਨਾਂ ਦਾ ਵਾਅਦਾ ਸੀ, ਅੱਜ ਸਾਰਾ ਕੰਮ ਸਾਹਮਣੇ ਆ ਰਿਹਾ।